बड़े लंबे संघर्ष तो बाद असीं 646 पोस्टां कढवाईਆਂ ਸੀ ਤੇ ਉਸ ਸਰਕਾਰ ਨੇ ਵੱਡੀਆਂ ਫੀਸਾਂ ਲੈ ਕੇ ਸਾਤੋਂ ਪੋਸਟਾਂ ਅਪਲਾਈ ਤਾਂ ਕਰਵਾ ਲੀਆਂ ਪਰ ਸਾਡੀ ਭਰਤੀ ਸਿਰੇ ਨਹੀਂ ਚੜ੍ਹੀ। ਅਸੀਂ ਪੰਜਾਬ ਦੀ ਕੋਈ ਟੈਂਕੀ, ਕੋਈ ਟਾਵਰ, ਕੋਈ ਚੌਂਕ ਚੁਰਾਹਾ ਨਹੀਂ ਛੱਡਿਆ ਜਿੱਥੇ ਅਸੀਂ ਸੰਘਰਸ਼ ਨਾ ਕੀਤਾ ਹੋਵੇ। ਅਰਵਿੰਦ ਕੇਜਰੀਵਾਲ ਜੀ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਆ ਕੇ ਇਹਨਾਂ ਨੇ ਸਾਡੀਆਂ ਲੜਕੀਆਂ ਨੂੰ ਕਿਹਾ ਵੀ ਅਸੀਂ ਤੁਹਾਡੇ ਭਰਾ, ਤੁਸੀਂ ਸਾਡੀਆਂ ਭੈਣਾਂ ਹੋ, ਤੁਸੀਂ ਨੀਚੇ ਉਤਰ ਆਵੋ। ਅਤੇ ਜਦੋਂ ਸਾਡੀ ਸਰਕਾਰ ਹੋਂਦ ਵਿੱਚ ਆਈ ਸਭ ਤੋਂ ਪਹਿਲਾਂ ਤੁਹਾਡੀ ਜਿਹੜੀ ਮੈਰਿਟ ਲਿਸਟ ਹੈ ਉਹ ਜਾਰੀ ਕਰਕੇ ਤੁਹਾਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਬੇਰੁਜ਼ਗਾਰ 646 ਪੀਟੀਆਈ ਅਧਿਆਪਕਾਂ ਦੀ ਨਾ ਤਾਂ ਮੈਰਿਟ ਸੂਚੀ ਜਾਰੀ ਹੋਈ ਆ ਜੀ, ਨਾ ਹਜੇ ਤੱਕ ਵਿਭਾਗ ਦੇ ਵਿੱਚ ਕੋਈ ਸਾਡਾ ਪ੍ਰੋਸੈਸ ਕਿਸੇ ਤਰ੍ਹਾਂ ਦਾ ਸ਼ੁਰੂ ਕੀਤਾ ਗਿਆ। ਸਰਕਾਰ ਨਾਲ ਜਦੋਂ ਗੱਲਬਾਤ ਤੁਰਦੀ ਹੈ ਉਹਨਾਂ ਦੀ ਬਾਡੀ ਲੈਂਗੁਏਜ ਕੀ ਦੱਸਦੀ ਹੈ ਕਿ ਮਸਲਾ ਹੱਲ ਕਰਨਾ ਚਾਹੁੰਦੇ ਹੈ ਜਾਂ ਜਾਣਬੁੱਝ ਕੇ ਟਾਲਿਆ ਜਾਂਦਾ। ਸਰਕਾਰ ਨਾਲ ਸਾਡੀ ਉਹ ਪ੍ਰੋਪਰ ਹਜੇ ਮੀਟਿੰਗ ਹੀ ਨਹੀਂ ਹੋ ਰਹੀਆਂ। ਸਾਨੂੰ ਬੁਲਾ ਲੈਂਦੇ ਨੇ ਮੀਟਿੰਗ ਤੇ, ਪਰ ਅਸੀਂ 6-6 7-7 ਹਜ਼ਾਰ ਰੁਪਇਆ ਸਾਡੇ ਸਾਥੀ ਖਰਚਾ ਕਰਕੇ ਜਾਂਦੇ ਨੇ, ਉੱਥੇ ਜਾ ਕੇ ਕਹਿ ਦਿੰਦੇ ਨੇ ਜੀ ਮੀਟਿੰਗ ਪੋਸਟਪੋਨ ਹੋ ਗਈ। ਸਾਡਾ ਘੰਟੇ ਤੱਕ ਜੇ ਸਾਡੀ ਕੈਬਨਿਟ ਮੀਟਿੰਗ ਵਿੱਚ ਹੱਲ ਨਹੀਂ ਹੁੰਦਾ ਤੇ ਅਸੀਂ ਮੀਤ ਹੇਅਰ ਦੀ ਜਿਹੜਾ ਬਰਨਾਲੇ ਵੀ ਆਉਂਦਾ ਸੀ ਔਰ ਮੁਹਾਲੀ ਵੀ ਆਉਂਦਾ ਸੀ, ਅੱਜ ਉਹਨਾਂ ਦੀ ਕੋਠੀ ਦੇ ਸਾਹਮਣੇ ਅਸੀਂ ਬੈਠਾਂਗੇ ਔਰ ਉਹਨਾਂ ਦਾ ਜਿਹੜਾ ਹੈਗਾ ਕੋਠੀ ਦਾ ਘਿਰਾਓ ਕਰਾਂਗੇ ਜੀ। ਪੰਜਾਬ ਦੇ ਜੇਕਰ ਇਹ ਭਰਤੀ ਸਿਰੇ ਨਹੀਂ ਚੜ ਰਹੀ ਤੇ ਉਹਨਾਂ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਵੀ ਘਾਟ ਹੋਏਗੀ। ਪੋਸਟਾਂ ਦਾ ਕੋਈ ਅੰਕੜਾ ਤੁਹਾਡੇ ਕੋਲ ਹੈ? ਹਾਲ ਕੀ ਚੱਲ ਰਿਹਾ ਸਕੂਲਾਂ 'ਚ? 2011 ਤੋਂ ਲੈ ਕੇ 2022 ਤੱਕ ਦਾ ਸਫ਼ਰ ਇਹਨਾਂ ਬੇਰੁਜ਼ਗਾਰਾਂ ਦੇ ਲਈ ਸੜਕਾਂ ਤੇ ਬੀਤ ਰਿਹਾ। ਟੈਂਕੀਆਂ ਤੇ ਚੜ੍ਹਨਾ ਪੈਂਦਾ ਹੈ, ਚਾਹੇ ਉਹ ਕਾਂਗਰਸ ਦੀ ਸਰਕਾਰ ਸੀ ਜਾਂ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਗੱਠਜੋੜ ਸੀ। ਪਰ ਹੁਣ ਤੀਸਰੀ ਸਰਕਾਰ ਆਮ ਆਦਮੀ ਪਾਰਟੀ ਦੀ ਸੱਤਾ ਵਿੱਚ ਹੈ। 3 ਮਹੀਨਿਆਂ ਤੋਂ ਵੱਧ ਦਾ ਸਮਾਂ ਬੀਤ ਗਿਆ ਪਰ ਇਹ 646 ਪੀਟੀਆਈ ਅਧਿਆਪਕ ਅੱਜ ਵੀ ਸੜਕਾਂ ਤੇ ਨੇ। ਜਿਹੜੀ ਇਹ ਤਸਵੀਰ ਨਜ਼ਰ ਆ ਰਹੀ ਹੈ ਉਸ ਵੇਲੇ ਦੀ ਹੈ ਜਦੋਂ ਸੋਹਾਣਾ ਗੁਰਦੁਆਰਾ ਦੇ ਕੋਲ ਟੈਂਕੀ ਤੇ ਚੜੇ 646 ਪੀਟੀਆਈ ਅਧਿਆਪਕ ਸੰਘਰਸ਼ ਕਰ ਰਹੇ ਸੀ ਤੇ ਉਦੋਂ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਮੌਜੂਦਾ ਮੁੱਖ ਮੰਤਰੀ ਇਹਨਾਂ ਬੇਰੁਜ਼ਗਾਰਾਂ ਨੂੰ ਭਰੋਸਾ ਦੇਣ ਲਈ ਆਏ ਔਰ ਇਹ ਗੱਲ ਕਹੀ ਕਿ ਅਸੀਂ ਹਫ਼ਤੇ ਦੇ ਅੰਦਰ ਅੰਦਰ ਨੋਟੀਫਿਕੇਸ਼ਨ ਜਾਰੀ ਕਰਾਂਗੇ। ਪਰ 3 ਮਹੀਨਿਆਂ ਦਾ ਸਮਾਂ ਬੀਤਦਾ ਹੈ ਪਰ ਇਹ ਸੜਕਾਂ ਤੇ ਨੇ। ਇਹਨਾਂ ਤੋਂ ਜਾਣਦੇ ਆ ਕਿ ਆਖਿਰਕਾਰ ਐਸਾ ਕਿਹੜਾ ਪੇਚ ਫਸਿਆ ਕਿ ਇਹਨਾਂ ਦਾ ਮਸਲਾ ਹੱਲ ਹੀ ਨਹੀਂ ਹੋ ਰਿਹਾ। ਸੰਗਰੂਰ ਦੀ ਜਿਮਣੀ ਚੋਣ ਹੈ ਔਰ ਸੰਗਰੂਰ ਦੀ ਇਹਨਾਂ ਸੜਕਾਂ ਦੇ ਉੱਤੇ, ਰੋਡਾਂ ਦੇ ਉੱਤੇ ਹੀ 646 ਪੀਟੀਆਈ ਅਧਿਆਪਕ ਬੈਠ ਗਏ ਨੇ। ਸਭ ਤੋਂ ਪਹਿਲਾਂ ਬਾਈ ਜੀ ਤੁਹਾਡਾ ਨਾਮ ਦੱਸੋ ਕੀ ਹੈ? ਕ੍ਰਿਸ਼ਨ ਸਿੰਘ ਨਾਭਾ ਜੀ, ਬੇਰੁਜ਼ਗਾਰ 646 ਪੀਟੀਆਈ ਅਧਿਆਪਕ ਯੂਨੀਅਨ ਪੰਜਾਬ ਜੀ। 2011 ਤੋਂ ਲੈ ਕੇ 22 ਤੱਕ ਸੜਕਾਂ ਤੇ ਨਿਕਲ ਗਿਆ, ਕੋਈ ਰੁਜ਼ਗਾਰ ਪੱਲੇ ਨਹੀਂ ਪਿਆ। ਕਾਰਨ ਕੀ ਸਮਝਦੇ ਹੋ? ਐਸੀ ਕਿਹੜੀ ਵੱਡੀ ਮੰਗ ਹੋਗੀ ਕਿ ਪੂਰੀ ਨਹੀਂ ਹੋ ਰਹੀ ਕਿਸੇ ਵੀ ਸਰਕਾਰ ਤੋਂ? ਸਰ, ਬੜੇ ਲੰਬੇ ਸੰਘਰਸ਼ ਤੋਂ ਬਾਅਦ ਅਸੀਂ 646 ਪੋਸਟਾਂ ਕਢਵਾਈਆਂ ਸੀ ਅਕਾਲੀ ਗਵਰਨਮੈਂਟ ਤੋਂ, ਜਦੋਂ ਅਕਾਲੀ ਭਾਜਪਾ ਦਾ ਗੱਠਜੋੜ ਸੀ। ਤੇ ਉਸ ਸਰਕਾਰ ਨੇ ਵੱਡੀਆਂ ਫੀਸਾਂ ਲੈ ਕੇ ਸਾਤੋਂ ਪੋਸਟਾਂ ਅਪਲਾਈ ਤਾਂ ਕਰਵਾ ਲੀਆਂ ਪਰ ਸਾਡੀ ਭਰਤੀ ਸਿਰੇ ਨਹੀਂ ਚੜ੍ਹੀ। ਉਸ ਤੋਂ ਬਾਅਦ ਸਰਕਾਰ ਬਦਲ ਗਈ, ਕਾਂਗਰਸ ਸਰਕਾਰ ਆਉਂਦੀ ਹੈ। ਲੰਮਾ ਸਮਾਂ ਕਾਂਗਰਸੀ ਸਰਕਾਰ ਵੇਲੇ ਅਸੀਂ ਪੰਜਾਬ ਦੀ ਕੋਈ ਟੈਂਕੀ, ਕੋਈ ਟਾਵਰ, ਕੋਈ ਚੌਂਕ ਚੁਰਾਹਾ ਨਹੀਂ ਛੱਡਿਆ ਜਿੱਥੇ ਅਸੀਂ ਸੰਘਰਸ਼ ਨਾ ਕੀਤਾ ਹੋਵੇ। ਪਿਛਲੇ ਸਰਕਾਰ ਵੇਲੇ ਅਸੀਂ ਇੱਥੇ ਬਜਿੰਦਰ ਸਿੰਘਲੇ ਦੀ ਕੋਠੀ ਦੇ ਮੂਹਰੇ 1 ਸਾਲ ਬੈਠੇ ਰਹੇ ਹਾਂ ਜੀ। ਉਸ ਤੋਂ ਬਿਨਾਂ ਜਦੋਂ ਇਹ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਸੋਹਾਣਾ ਸਾਹਿਬ ਗੁਰਦੁਆਰੇ ਟੈਂਕੀ ਦੇ ਉੱਪਰ ਅਸੀਂ 3 ਮਹੀਨੇ ਲਗਾਤਾਰ ਸਾਡੀਆਂ ਲੜਕੀਆਂ ਤੇ ਕੁਝ ਵੀਰ ਜਿਹੜੇ ਉਹ ਡਟੇ ਰਹੇ ਨੇ। ਤੇ ਉੱਥੇ ਇਹਨਾਂ ਦੇ ਨੈਸ਼ਨਲ ਕਨਵੀਨਰ ਜਿਹੜੇ ਅਰਵਿੰਦ ਕੇਜਰੀਵਾਲ ਜੀ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਆ ਕੇ, ਆ ਤੁਸੀਂ ਤਸਵੀਰਾਂ 'ਚ ਦੇਖ ਸਕਦੇ ਹੋ ਜੀ, ਆ ਕੇ ਇਹਨਾਂ ਨੇ ਸਾਡੀਆਂ ਲੜਕੀਆਂ ਨੂੰ ਕਿਹਾ ਵੀ ਅਸੀਂ ਤੁਹਾਡੇ ਭਰਾ, ਤੁਸੀਂ ਸਾਡੀਆਂ ਭੈਣਾਂ ਹੋ, ਤੁਸੀਂ ਨੀਚੇ ਉਤਰ ਆਵੋ। ਅਤੇ ਜਦੋਂ ਸਾਡੀ ਸਰਕਾਰ ਹੋਂਦ ਵਿੱਚ ਆਈ ਸਭ ਤੋਂ ਪਹਿਲਾਂ ਤੁਹਾਡੀ ਜਿਹੜੀ ਮੈਰਿਟ ਲਿਸਟ ਹੈ ਉਹ ਜਾਰੀ ਕਰਕੇ ਤੁਹਾਨੂੰ ਨਿਯੁਕਤੀ ਪੱਤਰ ਦਿੱਤੇ ਜਾਣਗੇ। ਪਰ ਅੱਜ ਦੇਖ ਲਓ 3 ਮਹੀਨੇ ਦਾ ਸਮਾਂ ਜਿਹੜਾ ਉਹ ਬਤੀਤ ਹੋ ਚੁੱਕਿਆ ਪਰ ਇਹ ਬੇਰੁਜ਼ਗਾਰ 646 ਪੀਟੀਆਈ ਅਧਿਆਪਕਾਂ ਦੀ ਨਾ ਤਾਂ ਮੈਰਿਟ ਸੂਚੀ ਜਾਰੀ ਹੋਈ ਆ ਜੀ, ਨਾ ਹਜੇ ਤੱਕ ਵਿਭਾਗ ਦੇ ਵਿੱਚ ਕੋਈ ਸਾਡਾ ਪ੍ਰੋਸੈਸ ਕਿਸੇ ਤਰ੍ਹਾਂ ਦਾ ਸ਼ੁਰੂ ਕੀਤਾ ਗਿਆ ਜੀ। ਸੰਗਰੂਰ ਦੇ ਵਿੱਚ ਜਿਮਣੀ ਚੋਣ ਦਾ ਮਾਹੌਲ ਪੂਰੀ ਤਰ੍ਹਾਂ ਭਖਿਆ ਹੋਇਆ, ਮੀਟਿੰਗਾਂ ਦਾ ਸਿਲਸਿਲਾ ਤੁਹਾਡਾ ਜਾਰੀ ਹੈ। ਹੁਣ ਵੀ ਜਦੋਂ ਮੀਟਿੰਗ ਕਰਦੇ ਹੋ ਇਹ ਗੱਲਾਂ ਯਾਦ ਕਰਾਉਂਦੇ ਹੋ ਜਿਹੜੀਆਂ ਦੱਸਦੇ ਹੋ ਕਿ ਤੁਸੀਂ ਉਦੋਂ ਐਂ ਕਹਿੰਦੇ ਸੀ, ਹੁਣ ਸੁਣਦੇ ਨਹੀਂ? ਹਾਂਜੀ, ਬਿਲਕੁਲ। ਬੜੇ ਲੰਮੇ ਸੰਘਰਸ਼ ਤੋਂ ਬਾਅਦ 3-4 ਮੀਟਿੰਗਾਂ ਟਾਲਣ ਤੋਂ ਬਾਅਦ ਮੀਤ ਹੇਅਰ ਜੀ ਸਾਨੂੰ ਪਰਸੋਂ ਮਿਲੇ ਨੇ। ਉਹਨਾਂ ਨੂੰ ਜਦੋਂ ਇਹ ਗੱਲਾਂ ਯਾਦ ਕਰਵਾਈਆਂ ਗਈਆਂ ਤਾਂ ਉਹਨਾਂ ਨੇ ਕਿਹਾ ਵੀ ਬਿਊਰੋਕ੍ਰੇਸੀ ਨਾਲ ਸਲਾਹ ਮਸ਼ਵਰਾ ਕਰਕੇ ਇੱਕ ਤਾਂ ਇਹ ਸਾਨੂੰ ਇਕੱਠੇ ਨਹੀਂ ਮਿਲਦੇ ਜੀ। ਤੇ ਉਹ ਕਹਿੰਦਾ ਮੈਂ ਮੁੱਖ ਮੰਤਰੀ ਦੇ ਧਿਆਨ ਵਿੱਚ ਲਿਆ ਕੇ, ਮੁੱਖ ਮੰਤਰੀ ਕਹਿੰਦਾ ਸਿੱਖਿਆ ਮੰਤਰੀ ਦੇ ਧਿਆਨ ਵਿੱਚ ਲਿਆ ਕੇ। ਅੱਜ ਵੀ ਸਾਡਾ ਜਥਾ ਇੱਕ ਜਿਹੜਾ ਮੀਟਿੰਗ ਕਰਨ ਵਾਸਤੇ ਬਰਨਾਲੇ ਭਗਵੰਤ ਮਾਨ ਜੀ ਨਾਲ ਗਿਆ ਹੋਇਆ। ਪਰ ਇਹ ਸਿਰਫ ਕੰਮ ਨਾ ਕਰਨ ਦੀਆਂ ਗੱਲਾਂ ਨੇ ਜੀ। ਸਾਡੀਆਂ ਲੜਕੀਆਂ ਪਿਛਲੇ 6 ਦਿਨਾਂ ਤੋਂ ਪਾਣੀਵਾਲ ਟੈਂਕੀ ਤੇ ਹਸਪਤਾਲ ਦੇ ਵਿੱਚ ਟੈਂਕੀ ਬਣੀਆਂ ਜਿਹੜੀ ਉਹਦੇ ਉੱਪਰ ਬੈਠੀਆਂ ਨੇ। ਅਸੀਂ ਇੱਥੇ ਸਵੇਰ ਤੋਂ ਲੈ ਕੇ ਹੁਣ ਤੱਕ ਜਿਹੜਾ ਉਹ ਜਾਮ ਲਗਾਇਆ ਹੋਇਆ। ਸਿਰਫ ਸਾਡੀ ਵਨ ਲਾਈਨ ਡਿਮਾਂਡ ਹੈ ਜੀ, ਮੈਰਿਟ ਸੂਚੀ ਜਾਰੀ ਕਰਕੇ ਸਾਨੂੰ ਨਿਯੁਕਤੀ ਪੱਤਰ ਦਿੱਤੇ ਜਾਣ, ਹੋਰ ਸਾਡੀ ਕੋਈ ਵੀ ਮੰਗ ਨਹੀਂ। ਤਾਂ ਇੱਥੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸੰਬੰਧਿਤ ਕੈਂਡੀਡੇਟ ਆਏ ਨੇ ਜਿਹੜੇ 2011 ਤੋਂ ਉਡੀਕ ਰਹੇ ਨੇ ਕਿ ਭਰਤੀ ਸਿਰੇ ਚੜੇ।
ਤੁਸੀਂ ਕੀ ਕਹਿਣਾ ਚਾਹੋਗੇ ਇਸ ਭਰਤੀ ਨੂੰ ਲੈ ਕੇ ਕਿ ਹੁਣ ਤੱਕ ਜਿੰਨੀਆਂ ਜਿਵੇਂ ਇਹਨਾਂ ਨੇ ਦੱਸਿਆ ਕਿ ਲਗਾਤਾਰ ਸੰਘਰਸ਼ ਤਾਂ ਜਾਰੀ ਹੈ ਪਰ ਗੱਲ ਨਹੀਂ ਬਣ ਰਹੀ, ਕਿਉਂ ਨਹੀਂ ਬਣਦੀ, ਤੁਹਾਨੂੰ ਨਜ਼ਰ ਕੀ ਆਉਂਦਾ? ਸਾਨੂੰ ਇਸ ਬਾਰੇ ਨਹੀਂ ਪਤਾ ਜੀ, ਕਿਉਂਕਿ ਪਿਛਲੇ 11 ਸਾਲਾਂ ਤੋਂ ਸਾਡਾ ਸੰਘਰਸ਼ ਚੱਲ ਰਿਹਾ। ਬਹੁਤ ਸਾਰੀ ਗਵਰਨਮੈਂਟ ਚੇਂਜ ਹੋ ਗਈਆਂ ਪਰ ਕੋਈ ਵੀ ਸਰਕਾਰ ਸਾਡੀ ਸੁਣਵਾਈ ਨਹੀਂ ਕਰ ਸਕੀ। ਅਸੀਂ ਭਗਵੰਤ ਮਾਨ ਸਾਹਿਬ ਨੂੰ ਇਹ ਦੱਸਣਾ ਚਾਹਾਂਗੇ ਕਿ ਬੇਸ਼ੱਕ ਉਹਨਾਂ ਦੀ ਸਰਕਾਰ ਆਈ ਨੂੰ 3 ਮੰਥ ਹੋਇਆ, ਬਟ ਸਾਡੀ ਸੰਘਰਸ਼ ਚੱਲਦੇ ਨੂੰ 11 ਸਾਲ ਦਾ ਸਮਾਂ ਹੋ ਚੁੱਕਿਆ ਜੀ। ਸਾਡੀ ਬਸ ਗਵਰਨਮੈਂਟ ਤੋਂ ਇੱਕੋ ਇੱਕ ਮੰਗ ਆ ਵੀ ਸਾਡੀ ਮੈਰਿਟ ਲਿਸਟ ਜਾਰੀ ਕੀਤੀ ਜਾਵੇ। ਬਹੁਤ ਸਾਰੇ ਲੋਕ ਐਸੀ ਗੱਲਾਂ ਵੀ ਕਰ ਦਿੰਦੇ ਆ ਜਦੋਂ ਧਰਨੇ ਮੁਜ਼ਾਹਰੇ ਦੇਖਦੇ ਆ ਕਿ ਸਮਾਂ ਤਾਂ ਦੇ ਦਿਓ, ਸਮਾਂ ਤਾਂ ਦੇ ਦਿਓ, ਸਰਕਾਰ ਨੂੰ ਅਜੇ ਥੋੜਾ ਚਿਰ ਹੋਇਆ। ਇਹ ਗੱਲਾਂ ਦੀਆਂ ਦਲੀਲਾਂ ਵਿੱਚ ਤੁਹਾਨੂੰ ਕੀ ਨਜ਼ਰ ਆਉਂਦਾ, ਤੁਸੀਂ ਕੀ ਕਹਿਣਾ ਚਾਹੋਗੇ? ਸਰ ਸਰਕਾਰ ਨੂੰ ਬਿਲਕੁਲ ਹਲੇ ਥੋੜਾ ਟਾਈਮ ਹੋਇਆ, ਬਟ ਸਾਨੂੰ 11 ਸਾਲ ਹੋ ਚੁੱਕੇ ਆ। ਅਸੀਂ ਹੋਰ ਗਵਰਨਮੈਂਟਾਂ ਨੂੰ ਕਿੰਨਾ ਸਮਾਂ ਦਈਏ? ਤੁਸੀਂ ਕਿਹੜੇ ਜ਼ਿਲ੍ਹੇ ਤੋਂ ਆਏ ਹੋ ਪਹਿਲਾਂ ਇਹ ਦੱਸੋ? ਸਰ ਅਸੀਂ ਨਾਭੇ ਤੋਂ ਆਏ ਹਾਂ, ਪਟਿਆਲਾ ਜ਼ਿਲ੍ਹੇ ਤੋਂ। ਤਾਂ 11 ਸਾਲ ਹੋ ਗਏ ਭਰਤੀ ਨੂੰ ਉਡੀਕਦੇ ਆ, ਬਹੁਤ ਸਾਰੇ ਕੈਂਡੀਡੇਟ ਓਵਰ ਏਜ ਵੀ ਹੋ ਗਏ ਹੋਣਗੇ ਜਾਂ ਹੋਰ ਚੁੱਲ੍ਹਾ ਕਿਵੇਂ ਘਰ ਦਾ ਚੱਲਣਾ, ਇਹ ਸਾਰੀਆਂ ਸਮੱਸਿਆਵਾਂ ਨੇ। ਪਰ ਸਰਕਾਰ ਨਾਲ ਜਦੋਂ ਗੱਲਬਾਤ ਤੁਰਦੀ ਹੈ ਉਹਨਾਂ ਦੀ ਬਾਡੀ ਲੈਂਗੁਏਜ ਕੀ ਦੱਸਦੀ ਹੈ ਕਿ ਮਸਲਾ ਹੱਲ ਕਰਨਾ ਚਾਹੁੰਦੇ ਆ ਜਾਂ ਜਾਣਬੁੱਝ ਕੇ ਟਾਲਿਆ ਜਾ ਰਿਹਾ? ਸਰ ਸਰਕਾਰ ਨਾਲ ਸਾਡੀ ਉਹ ਪ੍ਰੋਪਰ ਹਜੇ ਮੀਟਿੰਗ ਹੀ ਨਹੀਂ ਹੋ ਰਹੀਆਂ। ਸਾਨੂੰ ਬੁਲਾ ਲੈਂਦੇ ਨੇ ਮੀਟਿੰਗ ਤੇ, ਪਰ ਅਸੀਂ 6-6 7-7 ਹਜ਼ਾਰ ਰੁਪਇਆ ਸਾਡੇ ਸਾਥੀ ਖਰਚਾ ਕਰਕੇ ਜਾਂਦੇ ਨੇ। ਉੱਥੇ ਜਾ ਕੇ ਕਹਿ ਦਿੰਦੇ ਨੇ ਜੀ ਮੀਟਿੰਗ ਪੋਸਟਪੋਨ ਹੋ ਗਈ, ਤੁਸੀਂ ਅਗਲੀ ਵਾਰ ਆਇਓ। ਜਾਂ ਮੀਟਿੰਗ ਤੇ ਬੁਲਾ ਲੈਂਦੇ ਨੇ, ਕਦੀ ਕਹਿ ਦਿੰਦੇ ਨੇ ਇੱਕ ਅਫਸਰ ਨਹੀਂ ਆਇਆ, 2 ਅਫਸਰ ਹੈਗੇ ਨੇ, ਅਗਲੀ ਵਾਰ ਤੁਹਾਨੂੰ ਦੱਸਾਂਗੇ। ਮਤਲਬ ਕਿਸੇ ਵੀ ਤਰੀਕੇ ਨਾਲ ਸਾਡਾ ਪ੍ਰੋਪਰ ਸੋਲੂਸ਼ਨ ਸਾਨੂੰ ਨਹੀਂ ਦੇ ਰਹੀ ਹੈਗੀ ਸਰਕਾਰ। ਸੰਗਰੂਰ ਦੀ ਇਸ ਜਿਮਣੀ ਚੋਣ ਦੇ ਦੌਰਾਨ ਵੀ ਮਸਲਾ ਹੱਲ ਨਹੀਂ ਹੁੰਦਾ ਤਾਂ ਤੁਸੀਂ ਅਗਲਾ ਸਟੈਪ ਕੀ ਚੁੱਕ ਸਕਦੇ ਹੋ? ਸਰ ਅਗਲਾ ਸਟੈਪ ਅਸੀਂ ਇੱਥੇ ਹੀ ਅਜੇ ਅਸੀਂ ਆਪਣਾ ਸੰਘਰਸ਼ ਪੂਰਾ ਜਾਰੀ ਰੱਖਾਂਗੇ। ਤਾਂ ਇਹ ਬੇਰੁਜ਼ਗਾਰ ਉਹ ਨੇ ਜਿਹੜੇ ਓਵਰ ਏਜ ਵੀ ਬਹੁਤ ਸਾਰੇ ਕੈਂਡੀਡੇਟ ਹੋ ਚੁੱਕੇ ਨੇ ਔਰ ਸੰਗਰੂਰ ਦੇ ਵਿੱਚ ਜਿਮਣੀ ਚੋਣ ਦੇ ਚੱਲਦਿਆਂ ਹੀ ਇਹਨਾਂ ਨੇ ਥਾਂ ਵੀ ਲੱਗਦਾ ਚੁਣਿਆ। ਪਹਿਲਾਂ ਮੋਹਾਲੀ ਦੇ ਅੰਦਰ ਟੈਂਕੀ ਤੇ ਕੁੜੀਆਂ ਚੜ੍ਹੀਆਂ ਨੌਕਰੀ ਲੈਣ ਦੇ ਲਈ, ਰੁਜ਼ਗਾਰ ਲੈਣ ਦੇ ਲਈ, ਔਰ ਹੁਣ ਸੰਗਰੂਰ ਨੂੰ ਚੁਣਿਆ ਗਿਆ ਸਿਵਲ ਹਸਪਤਾਲ ਦੇ ਉਸ ਟੈਂਕੀ ਤੇ ਕੁੜੀਆਂ ਚੜ੍ਹੀਆਂ ਹੋਈਆਂ ਨੇ। ਬਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿ ਗੱਲਾਂ ਤਾਂ ਬਹੁਤ ਨੇ, ਚਰਚਾਵਾਂ ਬਹੁਤ ਨੇ, ਪਰ ਮਸਲਾ ਹੱਲ ਕਿਉਂ ਨਹੀਂ ਹੁੰਦਾ PTI 646 ਦਾ? ਦੇਖੋ ਜੀ, ਮੈਂ ਅਸ਼ੋਕ ਕੁਮਾਰ, ਜ਼ਿਲ੍ਹਾ ਫਾਜ਼ਿਲਕਾ, ਲਾਧੂਕਾ ਮੰਡੀ ਤੋਂ। ਮਸਲੇ ਦੀ ਜੇ ਗੱਲ ਕਰੀਏ 9/5/2011 ਦੀਆਂ ਪੋਸਟਾਂ, ਤਾਂ ਇਹਦੇ ਵਿੱਚ ਪਹਿਲਾਂ ਸਾਨੂੰ ਅਕਾਲੀ ਭਾਜਪਾ ਸਰਕਾਰ ਨੇ ਕੁੱਟਿਆ ਤੇ ਲੁੱਟਿਆ। ਕੈਬਨਿਟ ਵਿੱਚ ਮਤਾ ਪਾਸ ਕਰਕੇ ਔਰ ਅੱਜ 11 ਸਾਲ ਹੋ ਗਏ, ਲੇਕਿਨ ਸਾਡੀ ਭਰਤੀ ਕੋਰਟ ਦੇ ਵਿੱਚ ਵੀ ਜਾਣ ਦੇ ਬਾਵਜੂਦ ਅੱਜ ਕੋਰਟ ਤੋਂ ਬਾਹਰ ਹੋ ਗਈ। ਪਰ ਲੇਕਿਨ ਜੱਜ ਨੇ ਜੋ ਜੱਜਮੈਂਟ ਦਿੱਤੀ ਹੈ ਔਰ ਸਿੱਖਿਆ ਮੰਤਰੀ ਨੂੰ ਕਹਿ ਰਹੇ ਨੇ ਔਰ ਕਿ ਇਹਨਾਂ ਦੀ ਭਰਤੀ ਜਿਹੜੀ ਹੈ ਟਾਈਮ ਬਾਉਂਡ ਦੇ ਵਿੱਚ ਪੂਰੀ ਕੀਤੀ ਜਾਵੇ, ਪਰ 3 ਮਹੀਨਿਆਂ ਦਾ ਸਮਾਂ ਲੰਘਣ ਦੇ ਬਾਵਜੂਦ ਵੀ ਇਹ ਭਰਤੀ ਸਾਡੀ ਮੁਕੰਮਲ ਨਹੀਂ ਹੋਈ। ਪਰ ਲੇਕਿਨ ਤਰਾਸਦੀ ਦੇ ਵਜੋਂ ਜਿਹੜੀ ਸਰਕਾਰ 2022 ਦੇ ਵਿੱਚ ਆਉਣ ਤੋਂ ਪਹਿਲਾਂ ਸਾਡੇ ਨਾਲ ਵਾਅਦਾ ਕੀਤਾ ਸੀ ਕਿ ਸਾਡੀ ਪਹਿਲੀ ਕੈਬਨਿਟ ਵਿੱਚ ਤੁਹਾਡਾ ਜਿਹੜਾ ਮਤਾ ਪਾ ਕੇ ਪਾਸ ਕਰੀਆਂ ਜਾਣਗੀਆਂ, ਪਰ ਬੜੀ ਦੁੱਖ ਦੀ ਗੱਲ ਹੈ ਕਿ ਅਕਾਲੀ ਭਾਜਪਾ ਸਰਕਾਰ ਵਿੱਚ ਵੀ 4 ਸਿੱਖਿਆ ਮੰਤਰੀ ਬਦਲੇ ਔਰ ਕੈਪਟਨ ਸਰਕਾਰ ਚੰਨੀ ਸਰਕਾਰ ਵਿੱਚ ਹੀ 4 ਸਿੱਖਿਆ ਮੰਤਰੀ ਬਦਲੇ, ਪਰ ਲੇਕਿਨ ਹੁਣ ਮੀਤ ਹੇਅਰ ਜੀ ਸਿੱਖਿਆ ਮੰਤਰੀ ਬਣੇ ਆ। ਪਰ ਆਪੋਜੀਸ਼ਨ ਪਾਰਟੀਆਂ ਜੀ ਉੱਪਰ ਟੈਂਕੀ ਤੇ ਚੜ੍ਹ ਕੇ ਸਾਡੀਆਂ ਲੜਕੀਆਂ ਨੂੰ ਅੱਜ ਵੀ ਦਿਲਾਸਾ ਦਿੰਦੇ। ਅਸੀਂ ਉਹਨਾਂ ਨੂੰ ਇਹ ਸਵਾਲ ਕਰਦੇ ਹਾਂ। ਇਹ ਗੱਲ ਬਹੁਤ ਦੇਖਣ ਨੂੰ ਮਿਲੀ ਹੈ ਤੁਹਾਨੂੰ 11 ਸਾਲਾਂ ਤੋਂ ਸੰਘਰਸ਼ ਕਰਦਿਆਂ ਨੂੰ, ਜਦੋਂ ਕੋਈ ਆਪੋਜੀਸ਼ਨ 'ਚ ਹੁੰਦਾ ਤੁਹਾਡੇ ਨਾਲ ਟੈਂਕੀ ਤੇ ਵੀ ਚੜ੍ਹ ਜਾਂਦੇ ਆ, ਜਦੋਂ ਸੱਤਾ ਦੀ ਕੁਰਸੀ ਮਿਲਦੀ ਹੈ ਕੋਈ ਆਉਂਦਾ ਨਹੀਂ। ਦੇਖੋ ਜੀ, ਅਸੀਂ ਉਹਨਾਂ ਨੂੰ ਇਹੀ ਕਹਿੰਦੇ ਆ ਕਿ ਤੁਹਾਡੀ ਸਰਕਾਰ ਦੇ ਵਿੱਚ ਵੀ ਸਾਨੂੰ ਕੁੱਟਿਆ ਤੇ ਲੁੱਟਿਆ ਗਿਆ ਸੀ, ਪਰ ਲੇਕਿਨ ਉਹਨਾਂ ਲੜਕੀਆਂ ਨੂੰ ਅਸੀਂ ਰੋਕ ਕੇ ਰੱਖਦੇ ਹਾਂ ਕਿ ਜਦੋਂ ਇਹ ਟੈਂਕੀ ਤੇ ਚੜ੍ਹਦੇ ਤੇ ਇਹਨਾਂ ਨੂੰ ਪੁੱਠਾ ਗੇੜਾ ਦੇਣਾ ਚਾਹੀਦਾ, ਕਿਉਂਕਿ ਸਾਨੂੰ ਇਹਨਾਂ ਨੇ 10 ਸਾਲਾਂ ਵਿੱਚ ਡਾਂਗਾਂ ਨਾਲ ਕੁੱਟਿਆ ਤੇ ਲੁੱਟਿਆ ਹੈ। ਪਰ ਲੇਕਿਨ ਇਹ ਇੱਕ ਸਿਆਸਤ ਖੇਡ ਰਹੇ ਨੇ। ਲੇਕਿਨ ਅਸੀਂ ਭਗਵੰਤ ਮਾਨ ਤੋਂ ਉਮੀਦ ਜਿਸ ਹਿਸਾਬ ਨਾਲ ਲਗਾਈ ਸੀ, ਪਰ ਲੇਕਿਨ ਉਸ ਦੇ ਹਲਕੇ ਦੇ ਵਿੱਚ, ਉਹਦੇ ਸ਼ਹਿਰ ਦੇ ਵਿੱਚ ਐਸੇ ਹੀ ਚੌਂਕ ਤੇ ਅਸੀਂ ਪਿਛਲੇ ਸਾਲ ਵੀ ਬੈਠੇ ਸੀ, ਜਿਹੜਾ ਮਾਨ ਸਾਹਿਬ ਕਹਿੰਦਾ ਸੀ ਕਿ ਸਾਡੀ ਪਹਿਲੀ ਕੈਬਨਿਟ ਦੇ ਵਿੱਚ ਤੁਹਾਡੀਆਂ 646 ਜਿਹੜੀ PT ਦੀ ਭਰਤੀ ਕਰਕੇ ਤੁਹਾਨੂੰ ਸਕੂਲਾਂ ਦੇ ਵਿੱਚ ਜੁਆਇਨ ਕਰਾਇਆ ਜਾਏਗਾ। ਲੇਕਿਨ ਅੱਜ ਸਾਡੇ 5 ਸਾਥੀ ਗਏ ਆ ਮੀਟਿੰਗ ਕਰਨ ਵਾਸਤੇ। ਦੇਖਣਾ ਇਹ ਹੋਏਗਾ ਕਿ ਉਸ ਮੀਟਿੰਗ ਦੇ ਵਿੱਚ ਮੰਤਰੀ ਤੇ ਅਰਵਿੰਦ ਕੇਜਰੀਵਾਲ ਦੇ ਉਹ ਬੋਲ ਚੰਗੀ ਤਰ੍ਹਾਂ ਯਾਦ ਨੇ ਜਿਹੜੇ ਸੋਹਾਣਾ ਦੇ ਵਿੱਚ ਉਹਨਾਂ ਨੇ ਕਹੇ ਸੀ, ਉਹ ਕੀ ਸੀ ਤੁਹਾਨੂੰ ਯਾਦ ਹੈ? ਹਾਂਜੀ, ਉਹਨਾਂ ਨੇ ਕਿਹਾ ਸੀ ਉੱਪਰ ਜਿਹੜੀ ਕੁੜੀ ਬੈਠੀ ਸੀ 28 ਦਸੰਬਰ ਦਾ ਦਿਨ ਸੀ ਕਿ ਕੁੜੀ ਨੂੰ ਕਹਿੰਦੇ ਸੀ ਮੇਰੀ ਭੈਣ ਬਣ ਕੇ ਤੁਸੀਂ ਆ ਜਾਓ, ਸਾਡੀ ਸਰਕਾਰ ਆਉਣ ਵਾਲੀ ਹੈ। ਪਰ ਕੁੜੀ ਨੇ ਜਵਾਬ ਦਿੱਤਾ ਸੀ ਕਿ ਭਾਈ ਅਸੀਂ 30 ਤਰੀਕ ਤੋਂ ਪਹਿਲਾਂ ਨਹੀਂ ਉਤਰਦੇ, ਪਰ ਲੇਕਿਨ ਤੁਸੀਂ ਵਿਸ਼ਵਾਸ ਦੇ ਕੇ ਚੱਲਿਓ ਅਸੀਂ ਉਤਰ ਆਉਂਦੇ ਹਾਂ। ਪਰ ਸਾਡੀ ਜਦੋਂ ਸਰਕਾਰ ਬਣਨ ਜਾ ਰਹੀ ਉਹਨਾਂ ਨੇ ਐਡਵਾਂਸ ਕਹਿਤਾ, ਪਰ ਲੇਕਿਨ ਸਾਡੇ ਪੂਰੇ ਪੰਜਾਬ ਜਿਹੜੇ ਸੜਕਾਂ ਤੇ ਬੈਠਿਆ ਉਹਨਾਂ ਨੂੰ ਇੱਕ ਕੱਲੀ ਵੋਟ ਅਸੀਂ ਜਦੋਂ ਪਵਾ ਕੇ ਔਰ ਉਹਨਾਂ ਦਾ ਜੋ ਜਿੱਤ ਵੱਲ ਜੋ ਚਿਹਰਾ ਗਿਆ, ਪਰ ਲੇਕਿਨ ਉਹੀ ਸਰਕਾਰ ਪਤਾ ਨਹੀਂ ਜਦੋਂ ਸਹੁੰ ਚੁੱਕਦੀ ਹੈ ਉਹ ਕੁਰਸੀ ਤੇ ਕੀ ਇਹਨਾਂ ਨੇ ਖਾਧਾ ਕਿ ਉਹ ਬੇਰੁਜ਼ਗਾਰਾਂ ਦੀ ਸਾਰ ਹੀ ਨਹੀਂ ਲੈ ਰਹੇ। ਪਰ ਉਹ ਕੀਤੇ ਵਾਅਦੇ ਭੁੱਲ ਗਈਆਂ ਨੇ। ਅੱਜ ਦੇਖਣਾ ਇਹ ਹੋਏਗਾ ਕਿ ਸਾਡਾ ਘੰਟੇ ਤੱਕ ਜੇ ਸਾਡੀ ਕੈਬਨਿਟ ਮੀਟਿੰਗ ਵਿੱਚ ਹੱਲ ਨਹੀਂ ਹੁੰਦਾ ਤੇ ਅਸੀਂ ਮੀਤ ਹੇਅਰ ਦੀ ਜਿਹੜਾ ਸਾਡੇ ਵਿੱਚ ਆ ਕੇ
ਬਰਨਾਲੇ ਵੀ ਆਉਂਦਾ ਸੀ ਔਰ ਮੁਹਾਲੀ ਵੀ ਆਉਂਦਾ ਸੀ। ਅੱਜ ਉਹਨਾਂ ਦੀ ਕੋਠੀ ਦੇ ਸਾਹਮਣੇ ਅਸੀਂ ਬੈਠਾਂਗੇ ਔਰ ਉਹਨਾਂ ਦਾ ਜਿਹੜਾ ਹੈਗਾ ਕੋਠੀ ਦਾ ਘਿਰਾਓ ਕਰਾਂਗੇ ਜੀ। ਮੇਰਾ ਇੱਕ ਆਖਰੀ ਸਵਾਲ ਹੈ ਕਿ ਪੰਜਾਬ ਦੇ ਜੇਕਰ ਇਹ ਭਰਤੀ ਸਿਰੇ ਨਹੀਂ ਚੜ ਰਹੀ ਤੇ ਉਹਨਾਂ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਵੀ ਘਾਟ ਹੋਏਗੀ, ਪੋਸਟਾਂ ਦਾ ਕੋਈ ਅੰਕੜਾ ਤੁਹਾਡੇ ਕੋਲ ਹੈ? ਹਾਲ ਕੀ ਚੱਲ ਰਿਹਾ ਸਕੂਲਾਂ 'ਚ? ਦੇਖੋ ਜੀ, ਪੰਜਾਬ ਦੇ ਸਾਰੇ ਸਕੂਲ ਜਿਹੜੇ ਸਰੀਰਕ ਸਿੱਖਿਆ ਅਧਿਆਪਕ ਪਹਿਲਾਂ 9/5/2011 ਤੋਂ ਪਹਿਲਾਂ 2008 ਵਿੱਚ ਕੈਪਟਨ ਸਰਕਾਰ ਨੇ ਭਰਤੀ ਕੀਤੇ, ਸਾਰੇ ਹੀ ਸਕੂਲ ਖਾਲੀ ਪਏ ਆ। ਪਰ ਲੇਕਿਨ ਜੋ ਸਿੱਖਿਆ ਮੰਤਰੀ ਪੜ੍ਹਿਆ ਲਿਖਿਆ ਹੈ, ਖੇਡ ਆ ਉਹਦਾ ਵੀ ਉਹਨਾਂ ਕੋਲ ਹੈ, ਲੇਕਿਨ ਜੇ ਜਿੰਨੀ ਦੇਰ ਸਕੂਲਾਂ ਦੇ ਵਿੱਚ, ਪ੍ਰਾਇਮਰੀ ਸਕੂਲਾਂ ਦੇ, ਮਿਡਲ ਸਕੂਲਾਂ ਦੇ ਵਿੱਚ, ਹਾਈ ਸਕੂਲਾਂ ਦੇ ਪੀਟੀ ਸਰੀਰਕ ਸਿੱਖਿਆ ਅਧਿਆਪਕ ਜਿੰਨੀ ਦੇਰ ਫਿੱਟ ਨਹੀਂ ਕਰਦੇ ਤਾਂ ਇਹ ਜਿਹੜੀਆਂ ਖੇਡਾਂ ਦਾ ਪੱਖ ਜ਼ੀਰੋ ਰਹੇਗਾ। ਔਰ ਪੰਜਾਬ ਦੀ ਜਿਹੜੀ ਤਰਾਸਦੀ, ਜਿਹੜਾ ਪੰਜਾਬ ਔਰ ਨੈਸ਼ਨਲ ਲੈਵਲ ਜਿਹੜਾ ਪੰਜਾਬ ਦੇ ਪਹਿਲੇ ਨੰਬਰ ਤੇ ਆਉਂਦਾ ਸੀ, ਉਹ ਅੱਜ ਜ਼ੀਰੋ ਤੇ ਪਹੁੰਚ ਚੁੱਕਿਆ। ਇਹ ਸਾਰੀਆਂ ਦੇਣ ਸਰਕਾਰ ਦੀ ਹੈ। ਜੇ ਚਾਹੇ ਸਰਕਾਰ ਅੱਜ ਉਹੀ ਪੀਟੀ ਭਰਤੀ ਕਰਦੇ ਪਹਿਲੇ ਨੰਬਰ ਤੇ ਲਿਆ ਸਕਦੇ ਆ। ਅਸੀਂ ਉਹ ਸਰੀਰਕ ਸਿੱਖਿਆ ਅਧਿਆਪਕ ਆ ਜਿਹੜੀ ਪਨੀਰੀ ਪੈਦਾ ਕਰਕੇ ਪੰਜਾਬ ਲੈਵਲ ਦੇ, ਨੈਸ਼ਨਲ ਲੈਵਲ ਦੇ, ਇੰਡੀਆ ਲੈਵਲ ਦੇ ਖਿਡਾਰੀ ਪੈਦਾ ਕਰਦੇ ਆ ਜੀ। ਤਾਂ 646 ਪੀਟੀਆਈ ਅਧਿਆਪਕ ਜਿਹੜੇ ਬੇਰੁਜ਼ਗਾਰ ਨੇ, ਤਕਰੀਬਨ 11 ਸਾਲ ਹੋ ਚੱਲੇ ਨੇ ਇਹਨਾਂ ਨੂੰ ਇੰਤਜ਼ਾਰ ਕਰਦੇ ਆ, ਪਰ ਹਾਲੇ ਤੱਕ ਇਹਨਾਂ ਦੀ ਮੰਗ ਨੂੰ ਬੂਰ ਨਹੀਂ ਪਿਆ। ਸੰਗਰੂਰ ਦੀ ਜਿਮਨੀ ਚੋਣ ਦੇ ਦੌਰਾਨ ਹੀ ਇਹ ਸੜਕਾਂ ਤੇ ਉਤਰੇ ਨੇ ਔਰ ਇਹਨਾਂ ਦਾ ਕਹਿਣਾ ਹੈ ਕਿ 10 ਦੇ ਤਕਰੀਬਨ ਹੈ ਜਿਹੜੇ ਸਿੱਖਿਆ ਮੰਤਰੀ ਤਾਂ ਬਦਲ ਗਏ ਪਰ ਨੀਤੀ ਨਹੀਂ ਬਦਲੀ। ਜਿਹੜੇ ਆਪੋਜੀਸ਼ਨ ਵਿੱਚ ਹੁੰਦੇ ਨੇ ਉਹ ਪਹਿਲਾਂ ਤਾਂ ਵਾਅਦਾ ਕਰਦੇ ਨੇ ਕਿ ਅਸੀਂ ਸਰਕਾਰ ਬਣਦਿਆਂ ਹੀ ਤੁਹਾਡਾ ਮਸਲਾ ਹੱਲ ਕਰਾਂਗੇ, ਪਰ ਹੁਣ ਇਹਨਾਂ ਦੀ ਆਸ ਹੈ ਜਿਹੜੀ ਉਹ ਦੂਰ ਹੋਰ ਹੋ ਗਈ ਹੈ। ਹੁਣ ਆਮ ਆਦਮੀ ਪਾਰਟੀ ਵੀ ਸੱਤਾ ਵਿੱਚ ਆਉਣ ਦੇ ਬਾਵਜੂਦ ਵੀ ਜਿਹੜਾ ਇਹਨਾਂ ਨਾਲ ਵਾਅਦਾ ਕੀਤਾ ਗਿਆ ਸੀ ਉਹ ਪੂਰਾ ਨਹੀਂ ਹੋ ਰਿਹਾ ਔਰ ਇਹਨਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਮੰਗ ਪੂਰੀ ਨਹੀਂ ਹੁੰਦੀ ਤੇ ਇਸੇ ਤਰ੍ਹਾਂ ਇਹ ਸੜਕਾਂ ਤੇ ਰਹਿਣਗੇ ਔਰ ਆਪਣੀ ਮੰਗ ਲੈ ਕੇ ਹਟਣਗੇ, ਕਿਉਂਕਿ ਇਹਨਾਂ ਦੀ ਮੰਗ ਜ਼ਿਆਦਾ ਜ਼ਰੂਰੀ ਹੈ। ਸਕੂਲਾਂ ਦੇ ਵਿੱਚ ਪੀਟੀਆਈ ਅਧਿਆਪਕਾਂ ਦਾ ਹੋਣਾ ਲਾਜ਼ਮੀ ਹੈ, ਤਾਂ ਹੀ ਸਰੀਰਕ ਸਿੱਖਿਆ, ਸਿਹਤ ਸਹੂਲਤਾਂ ਨੂੰ ਸਕੂਲਾਂ ਦੇ ਵਿੱਚ ਵੀ ਸਹੀ ਢੰਗ ਨਾਲ ਚਲਾਇਆ ਜਾ ਸਕਦਾ। ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂਕਾ, ABC ਪੰਜਾਬ, ਸੰਗਰੂਰ।